ਸਿੱਖਿਆ ਨੀਤੀ 2020 ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਡੇਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਵਿਖੇ ਵਿਚਾਰ ਚਰਚਾ ਕਰਵਾਈ ਗਈ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕੁਲਦੀਪ ਸਿੰਘ ਨੇ ਸ਼ਮੂਲੀਅਤ ਕੀਤੀ। ਮੰਚ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਦਾਨੀ ਨੇ ਆਏ ਲੋਕਾਂ ਦਾ ਸਵਾਗਤ ਕੀਤਾ। ਮੰਚ ਦੇ ਪ੍ਰਧਾਨ ਜਗਜੀਤ ਸਿੰਘ ਨੋਰਾ ਨੇ ਦੇਸ਼ ਵਿੱਚ ਬਣੇ ਹਾਲਾਤਾਂ ਅਤੇ ਸਿੱਖਿਆ ਨੀਤੀ 2020 ਰਾਹੀਂ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਾਨੀ ਤੋਂ ਜਾਣੂ ਕਰਵਾਇਆ। ਡਾਕਟਰ ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਬੇਧਿਆਨ ਕਰਕੇ ਦੇਸ਼ ਦੀ ਵੰਨ ਸੁਵੰਨਤਾ, ਵੱਖ-ਵੱਖ ਸੱਭਿਆਚਾਰਾਂ ਆਦਿ ਨੂੰ ਬੇਧਿਆਨ ਕਰਕੇ ਨਵੀਂ ਨੀਤੀ ਜਾਰੀ ਕੀਤੀ ਹੈ। ਕਰੋਨਾ ਦੀ ਆੜ ਵਿੱਚ ਬਿਨਾਂ ਕਿਸੇ ਚਰਚਾ ਤੋਂ ਪਾਰਲੀਮੈਂਟ ਵਿੱਚ ਪਾਸ ਕਰਨਾ ਇੱਕ ਗੰਭੀਰ ਸਵਾਲ ਪੈਦਾ ਕਰਦਾ ਹੈ। ਨਵੀਂ ਨੀਤੀ ਨੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬਰਾਬਰ ਦੀ ਸਿੱਖਿਆ ਦੀ ਗੱਲ ਨੀਤੀ ਵਿੱਚੋਂ ਗਾਇਬ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਕਰੋਨਾ ਦੀ ਆੜ ਵਿੱਚ ਕੇਂਦਰ ਦੀ ਸਰਕਾਰ ਤਾਨਾਸ਼ਾਹੀ ਤਰੀਕੇ ਦਾ ਵਿਵਹਾਰ ਕਰ ਰਹੀ ਹੈ, ਜਮਹੂਰੀਅਤ ਦਾ ਜਨਾਜ਼ਾ ਕਰ ਦਿੱਤਾ ਹੈ। ਦੇਸ਼ ਵਿੱਚ ਨਸ਼ਿਆਂ, ਫੂਡ ਅਤੇ ਸਿੱਖਿਆ ਮਾਫੀਆ ਪੂਰੀ ਤਰ੍ਹਾਂ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਡੇਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਕਮੇਟੀ ਦੇ ਸਕੱਤਰ ਮਾਸਟਰ ਅਮਰ ਸਿੰਘ ਨੇ ਵੀ ਆਏ ਲੋਕਾਂ ਦਾ ਧੰਨਵਾਦ ਕੀਤਾ। ਪਹਿਲਾਂ ਬੜੇ ਵੱਡੇ ਪੱਧਰ ਤੇ ਲੋਕਾਂ 'ਚ ਚਰਚਾ ਕਰਾਈ ਜਾਂਦੀ, ਸੂਬਾ ਸਰਕਾਰਾਂ ਨੂੰ ਵੀ ਪੁੱਛਿਆ ਜਾਂਦਾ, ਪਾਰਲੀਮੈਂਟ ਦੇ ਵਿੱਚ ਵੀ ਚਰਚਾ ਹੁੰਦੀ। ਉਦੋਂ ਬਾਅਦ ਤੁਸੀਂ ਕੋਈ ਸਿੱਖਿਆ ਨੀਤੀ ਜਿਹੜੀ ਲਿਆ ਸਕਦੇ ਹੋ। ਤੁਸੀਂ ਹੁਣ ਇਹ ਕਰੋਨਾ ਦੇ ਦੌਰ ਦੇ ਵਿੱਚ ਚੱਕ ਕੇ ਤੁਸੀਂ ਸਿੱਖਿਆ ਨੀਤੀ, ਜਦੋਂ ਲੋਕਾਂ ਦਾ ਇਕੱਠ ਨਹੀਂ ਹੋ ਸਕਦਾ, ਲੋਕ ਚਰਚਾ ਨਹੀਂ ਕਰ ਸਕਦੇ, ਉਹ ਸਾਰਾ ਸਵਾਲ ਹੈ। ਤੁਸੀਂ ਕੀ ਮੰਗ ਕਰਦੇ ਹੋ ਜੀ? ਹਾਂ, ਇਹਦੇ ਵਿੱਚ ਮੰਗ ਇਹ ਹੈ ਕਿ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਹਜੇ ਵੀ ਇਹਨੂੰ ਰੋਕਣਾ ਚਾਹੀਦਾ ਤੇ ਲੋਕਾਂ 'ਚ ਵੱਡੇ ਪੱਧਰ ਤੇ ਚਰਚਾ ਕਰਾਉਣੀ ਚਾਹੀਦੀ ਹੈ। ਸ਼ਹਿਰਾਂ 'ਚ ਵਾਰਡਾਂ ਦੇ ਵਿੱਚ ਲੋਕਾਂ ਦੇ ਇਕੱਠ ਕਰਕੇ, ਪਿੰਡਾਂ 'ਚ ਗ੍ਰਾਮ ਸਭਾਵਾਂ ਦੇ ਇਕੱਠ ਕਰਕੇ, ਵਿਦਿਅਕ ਸੰਸਥਾਵਾਂ ਦੇ ਵਿੱਚ ਸੈਮੀਨਾਰ ਕਰਕੇ ਔਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਕਿਹਾ ਜਾਵੇ ਤੁਸੀਂ ਆਪਣੇ ਹੱਕ ਰਾਏ ਦਿਓ। ਫਿਰ ਜਿਹੜੀ ਇੱਕ ਸਰਬਸਾਂਝੀ ਰਾਏ ਉੱਭਰ ਕੇ ਸਾਹਮਣੇ ਆਵੇ, ਪਾਰਲੀਮੈਂਟ ਦੇ ਵਿੱਚ ਤੇ ਵਿਧਾਨ ਸਭਾਵਾਂ ਦੇ ਵਿੱਚ ਵੀ ਚਰਚਾ ਹੋਵੇ ਇਹਨਾਂ ਗੱਲਾਂ ਦੇ ਉੱਤੇ। ਉਦੋਂ ਬਾਅਦ ਕੋਈ ਸਿੱਖਿਆ ਨੀਤੀ ਉਸ ਰੂਪ 'ਚ ਲਾਗੂ ਹੋਣੀ ਚਾਹੀਦੀ ਹੈ ਜਿਹੜੀ ਸਾਨੂੰ ਭਵਿੱਖ ਦੇ ਵਿੱਚ ਲੋੜ ਹੈ। ਸਾਡੇ ਬੱਚਿਆਂ ਨੂੰ ਭਵਿੱਖ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੈ ਕਿ ਆਹ ਸਮੱਸਿਆ ਹੈ, ਆਹ ਗੱਲਾਂ ਨੇ ਇਹਨੂੰ ਹੱਲ ਕਰਨਗੀਆਂ, ਫਿਰ ਉਹੀ ਜੀ ਪਾਲਿਸੀ ਤੁਸੀਂ ਲਾਗੂ ਕਰੋ। ਤੇ ਹੁਣ ਜਿਹੜੀ ਪਾਲਿਸੀ ਹੈ ਇਹ ਕਾਰਪੋਰੇਟ ਘਰਾਣਿਆਂ ਦੀ ਇੱਕ ਪਾਲਿਸੀ ਹੈ, ਨਿੱਜੀਕਰਨ ਦੀ ਪਾਲਿਸੀ ਹੈ, ਵਪਾਰੀਕਰਨ ਦੀ ਪਾਲਿਸੀ ਹੈ। ਵਪਾਰੀਕਰਨ ਦੀ ਪਾਲਿਸੀ 'ਚ ਹਮੇਸ਼ਾ ਗਰੀਬ ਆਦਮੀ ਮਾਰਿਆ ਜਾਂਦਾ, ਹਮੇਸ਼ਾ ਘੱਟ ਗਿਣਤੀਆਂ, ਦਲਿਤ, ਕਬੈਲੀ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ। ਉਹ ਸਾਰੇ ਮਾਮਲੇ ਦੇ ਵਿੱਚੋਂ ਜਿਵੇਂ ਪਹਿਲਾਂ ਹੀ ਜਿਹੜੇ ਬੰਦੇ ਪਛੜ ਗਏ ਨੇ ਉਹਨਾਂ ਨੂੰ ਹੋਰ ਪਛੜਿਆਪਣ ਆ ਜਾਂਦਾ। ਇਸ ਲਈ ਸਾਨੂੰ ਸਭ ਨੂੰ ਨਾਲ ਲੈ ਕੇ ਚੱਲਣ ਦੇ ਵਾਸਤੇ ਇੱਕ ਵਿਆਪਕ ਸੰਵਾਦ ਰਚਾਉਣਾ ਚਾਹੀਦਾ, ਚਰਚਾ ਹੋਣੀ ਚਾਹੀਦੀ। ਭਾਈ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਵਿਚਾਰ ਚਰਚਾ, ਕਿਸ ਗੱਲ ਨੂੰ ਲੈ ਕੇ ਵਿਚਾਰ ਚਰਚਾ ਦਾ ਸਮਾਗਮ ਰੱਖਿਆ? ਅਸੀਂ ਅੱਜ ਦੀ ਵਿਚਾਰ ਚਰਚਾ ਸਿੱਖਿਆ ਵਿਕਾਸ ਮੰਚ ਵੱਲੋਂ ਸਿੱਖਿਆ ਨੀਤੀ 2020 ਦੇ ਉੱਤੇ ਰੱਖੀ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੋ ਸਰਕਾਰ ਨੇ ਨੀਤੀ ਲਿਆਂਦੀ ਹੈ, ਜੋ 1968 ਦੇ ਵਿੱਚ ਇੱਕ ਦੇਸ਼ ਦਾ ਸੁਪਨਾ ਸੀ, ਜੋ ਪਾਲਿਸੀ ਲਿਆਂਦੀ 68 ਦੇ ਵਿੱਚ ਕਿ ਸਭ ਲੋਕ ਇੱਕ ਬਰਾਬਰ ਦੀ ਸਿੱਖਿਆ ਲੈਣਗੇ, ਇੱਕ ਧਰਮ ਨਿਰਪੱਖਤਾ ਵਾਲਾ ਜਿਹੜਾ ਮਾਹੌਲ ਸਮਾਜ ਦਾ ਸਿਰਜਿਆ ਜਾਏਗਾ, ਜਾਂ ਸਾਰੇ ਵਰਗਾਂ ਨੂੰ, ਜੋ ਵੀ ਪਿਛੜੇ ਵਰਗ ਰਹਿ ਗਏ ਸੀ, ਸਿੱਖਿਆ ਤੋਂ ਬਹੂਣੇ ਲੋਕ ਰਹਿ ਗਏ ਸੀ, ਉਹਨਾਂ ਨੂੰ ਬਰਾਬਰ ਦੇ ਵਿੱਚ ਕਿਵੇਂ ਲਿਆਂਦਾ ਜਾਵੇ। ਉਹ ਸੁਪਨਾ ਸੀ ਸਾਡੇ ਦੇਸ਼ ਦਾ ਤੇ ਚੰਗਾ ਨਾਗਰਿਕ ਪੈਦਾ ਕਰਨ ਦਾ। ਪਰ ਜੋ ਹੁਣ 2020 ਦੇ ਵਿੱਚ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਪਾਲਿਸੀ ਲਿਆਂਦੀ ਹੈ ਔਰ ਜਿਸ ਤਰ੍ਹਾਂ ਸਟੇਟ ਸਰਕਾਰਾਂ ਨੂੰ ਤੇ ਹੋਰ ਜਿਹੜੇ ਲੋਕ ਨੁਮਾਇੰਦਿਆਂ ਨੂੰ ਬੇਧਿਆਨ ਕਰਕੇ ਕਰੋਨਾ ਦੀ ਆੜ 'ਚ ਚੁੱਪ ਚਪੀਤੇ ਜਿਹੜੀ ਪਾਲਿਸੀ ਨੀਤੀ ਪਾਸ ਕੀਤੀ ਹੈ, ਉਹ ਉਸ ਤੋਂ ਸ਼ੰਕਾ ਇਹ ਬਹੁਤ ਵੱਡੇ ਪੱਧਰ 'ਤੇ ਖਾਸਾ ਜ਼ਾਹਰ ਹੁੰਦਾ ਕਿ ਆਉਣ ਵਾਲੇ ਜਦੋਂ ਇਹ ਲਾਗੂ ਹੋ ਜਾਏਗੀ ਤਾਂ ਜਿੱਥੇ ਨਿੱਜੀ ਸੰਸਥਾਵਾਂ ਨੂੰ ਪਹਿਲਾਂ ਹੀ ਬੜਾਵਾ ਮਿਲ ਰਿਹਾ, ਤਾਂ ਇਹਦੇ ਨਾਲ ਸਿੱਖਿਆ ਦੇ ਖੇਤਰ 'ਚ ਬਹੁਤ ਵੱਡੇ ਪੱਧਰ 'ਤੇ ਨਿੱਜੀ ਸੰਸਥਾਵਾਂ ਮਜ਼ਬੂਤ ਹੋਣਗੀਆਂ। ਅਤੇ ਖਾਸ ਤੌਰ 'ਤੇ ਹੇਠਲਾ ਜਿਹੜਾ ਢਾਂਚਾ ਸਕੂਲਾਂ ਨੂੰ ਕਲੱਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਸਰਕਾਰ ਇੱਕ ਤਰ੍ਹਾਂ ਜਿਹੜਾ ਮੁਫਤ ਸਿੱਖਿਆ ਦਾ ਅਧਿਕਾਰ ਆ 2009 ਉਹਨੂੰ ਬਾਈਪਾਸ ਕਰਕੇ ਉਹ ਜੋ ਐਕਟ ਕਹਿੰਦਾ ਕਿ ਹਰ ਬੱਚੇ ਨੂੰ ਕਿਲੋਮੀਟਰ ਦੇ ਦਾਇਰੇ 'ਚ ਇੱਕ ਸਕੂਲ ਹੋਣਾ ਚਾਹੀਦਾ ਹੈ, ਉਹਦੇ ਸਕੂਲ ਨੇੜੇ ਹੋਣਾ ਚਾਹੀਦਾ ਹੈ, ਹਰ ਬੱਚਾ ਜਿਹੜਾ ਸਿੱਖਿਆ ਦੇ ਲਈ ਹੱਕਦਾਰ ਹੈ, ਇਹ ਜੋ 2020 ਦੀ ਨੀਤੀ ਬਣਾਈ ਗਈ ਹੈ ਉਸ ਨੂੰ ਬਾਈਪਾਸ ਕਰਦੀ ਹੈ। ਅਤੇ ਸਰਕਾਰ ਇੱਕ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਨਿੱਜੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਰਸਤਾ ਕੱਢ ਰਹੀ ਹੈ।